श्री नानक पद पंकज बंदन पद पंकज बंदन सिमरो अंगद दुख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ सुमत प्रकाशक श्री हर राय नमो कर जोरी नमो कर जोरी गुर हर कृष्ण बनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीसा जिसमें अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक अंकारा सतगुरु ते प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए हाकल छंद जय राम बोल तत्काला पठ दास बुलायो बाला जुगो जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਰਹੇ ਅਤ ਸਤਿਕਾਰਯੋਗ ਸਤ ਸੰਗੀ ਜਨੋ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਰਹਿਮਤ ਦੇ ਸਦਕਾ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ श्री गुरु प्रताप सूरज ग्रंथ के विचों श्री गुरु नानक प्रकाश की पूर्व रात अध्याय 18वें का प्रसंग आरंभ किया सी जिस दे विच असीं विचार सरवण कीते सन कि मेहता कालू जी अपनी धी नूं अपनी पुत्री नूं मिलण दे वास्ते उन्हां दे गृह विखे पहुंचदे ने ते उत्थे बैठ के विचार चर्चा की जाती धन गुरु नानक साहिब जी महाराज जी के बाबत। मेहता कालू जी जयराम जी नूं ते बेबे नानकी जी नूं आखदे ने भी तुहाडे कोल मैं अपने पुत्र नूं भेजिया सी तुसीं उस दा ख्याल नहीं रखिया ਉਹਨੂੰ ਸਮਝਾਉਣਾ ਨਹੀਂ ਕੀਤਾ ਉਹਨੂੰ ਇਹ ਨਹੀਂ ਸਮਝਾਇਆ ਵੀ ਧਨ ਨੂੰ ਜੋੜਨਾ ਕਿਸ ਤਰ੍ਹਾਂ ਹੈ ਜਿੰਨਾ ਵੀ ਧਨ ਕਮਾਇਆ ਅੱਜ ਤੱਕ ਗਵਾਇਆ ਹੀ ਹੈ। ਤਾਂ ਬੇਬੇ ਨਾਨਕੀ ਜੀ ਫਿਰ ਆਪਣੇ ਪਿਤਾ ਜੀ ਨੂੰ ਆਖਦੇ ਨੇ ਵੀ ਤੁਸੀਂ ਹੁਣ ਕਿਸ ਗੱਲ ਦੀ ਚਿੰਤਾ ਕਰਦੇ ਹੋ ਹੁਣ ਤਾਂ ਉਹ ਆਪ ਕਮਾਈ ਕਰਦੇ ਨੇ ਤੁਹਾਡਾ ਧਨ ਤਾਂ ਨਹੀਂ ਬਰਬਾਦ ਕਰ ਰਹੇ ਵੈਸੇ ਵੀ ਉਹ ਗਲਤ ਰਾਹ ਦੇ ਉੱਤੇ ਨਹੀਂ ਚੱਲ ਰਹੇ ਉਹ ਜਿਹੜਾ ਬਚਿਆ ਹੋਇਆ ਧਨ ਹੁੰਦਾ ਹੈ ਨਾ ਉਸ ਦੇ ਨਾਲ ਗਰੀਬਾਂ ਦੀ ਮਦਦ ਕਰਦੇ ਨੇ ਭੁੱਖਿਆਂ ਨੂੰ ਭੋਜਨ ਛਕਾਉਂਦੇ ਨੇ ਤੇ ਇਸ ਕਰਕੇ ਜੇਕਰ ਅਸੀਂ ਉਹਨਾਂ ਨੂੰ ਇਸ ਕਾਰਜ ਵਾਸਤੇ ਰੋਕਾਂਗੇ ਤਾਂ ਇਹ ਬਹੁਤ ਵੱਡਾ ਗਲਤ ਕਦਮ ਹੋਵੇਗਾ। ਹਰੇਕ ਮਾਂ-ਬਾਪ ਚਾਹੁੰਦਾ ਹੁੰਦਾ ਹੈ ਕਿ ਉਸ ਦੇ ਬੱਚੇ ਚੰਗੇ ਕਰਮ ਕਰਨ ਪਰ ਅਸੀਂ ਜੇਕਰ ਆਪਣੇ ਵੀਰ ਨੂੰ ਇਸ ਚੰਗੇ ਕਰਮ ਕਰਨ ਤੋਂ ਰੋਕਾਂਗੇ ਤਾਂ ਇਹ ਸਭ ਤੋਂ ਵੱਡਾ ਅਧਰਮ ਹੋਵੇਗਾ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਿਚਾਰ ਚਰਚਾ ਕਰਦੇ ਨੇ ਵੀ ਮਹਿਤਾ ਕਾਲੂ ਜੀ ਵਿਚਾਰ ਚਰਚਾ ਕਰਦੇ ਨੇ ਕਿ ਮੇਰੇ ਪੁੱਤਰ ਦੇ ਨਾਲ
जो साथी मैं भेजिया सी भाई बाला उन्होंने बुलाना करो। असी रल मिल के थोड़ा जिहा उन्होंने राजी करते हैं भी अपने दोस्त नूं अपने मित्र नूं धन जोड़न की बिरती समझावे। इस दे बाबत असी इत्थों तक विचार सरवण कर चुके सां। आओ अगलेरी विचार आरंभ करन तो पहला धन गुरु नानक साहिब जी महाराज जी के चरणों के विच सीस झुकाउंदे होए अपनी रसना तो उच्चारण करिए जी। धन धन साहिब श्री गुरु नानक साहिब जी महाराज। धन धन साहिब श्री गुरु नानक साहिब जी महाराज। हाकल छंद जय राम बोल तत्काला पठ दास बुलायो बाला। ਜਦੋਂ ਮਹਿਤਾ ਕਾਲੂ ਜੀ ਨੇ ਜੈ ਰਾਮ ਜੀ ਅਤੇ ਬੇਬੇ ਨਾਨਕੀ ਜੀ ਦੇ ਨਾਲ ਇਹ ਵਿਚਾਰ ਕੀਤੇ ਵੀ ਅਸੀਂ ਭਾਈ ਬਾਲਾ ਜੀ ਨੂੰ ਸਮਝਾਉਂਦੇ ਹਾਂ, ਤਾਂ ਉਸੇ ਬਾਬਤ ਕਹਿੰਦੇ ਨੇ ਵੀ ਜੈ ਰਾਮ ਜੀ ਨੇ ਆਪਣੇ ਇੱਕ ਸੇਵਕ ਨੂੰ ਤੁਰੰਤ ਉਸ ਅਸਥਾਨ ਦੇ ਉੱਤੇ ਭੇਜਿਆ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਅਤੇ ਭਾਈ ਬਾਲਾ ਜੀ ਮੋਦੀਖਾਨੇ ਦੀ ਕਾਰ ਕਰਦੇ ਨੇ। ਭਾਈ ਬਾਲਾ ਜੀ ਨੂੰ ਬੁਲਾਉਣ ਵਾਸਤੇ ਭੇਜਿਆ ਤੇ ਇਸੇ ਤਰ੍ਹਾਂ ਤੇ ਭਾਈ ਬਾਲਾ ਜੀ ਨੂੰ ਬੁਲਾ ਕੇ ਲਿਆਂਦਾ ਜਾਵੇ। जब बैस्यो बचन बखाने तुम नानक मीत सुजाने। ਤੇ ਜਦੋਂ ਭਾਈ ਬਾਲਾ ਜੀ ਆ ਕੇ ਉਹਨਾਂ ਦੇ ਪਾਸ ਬੈਠ ਜਾਂਦੇ ਨੇ, ਆ ਕੇ ਨਮਸਕਾਰ ਕਰਕੇ ਸੱਜ ਕੇ ਬੈਠਦੇ ਨੇ ਤੇ ਬਾਬਾ ਕਾਲੂ ਜੀ ਭਾਈ ਬਾਲਾ ਜੀ ਨੂੰ ਆਖਦੇ ਨੇ, ਇਹ ਬਚਨ ਕਰਦੇ ਨੇ, ਕਹਿੰਦੇ ਵੀ ਤੁਸੀਂ ਨਾਨਕ ਦੇ ਬਹੁਤ ਹੀ ਅਕਲਮੰਦ ਅਤੇ ਸਿਆਣੇ ਮਿੱਤਰ ਹੋ ਤੁਮ ਕੋ ਜਾਣਤ ਐਸੇ ਸੁਤ ਨਾਨਕ ਹੈ ਮਮ ਜੈਸੇ। ਕਹਿੰਦੇ ਮੈਂ ਅਤੇ ਤੁਹਾਡੇ ਵਿੱਚ, ਮਹਿਤਾ ਕਾਲੂ ਜੀ ਆਖਦੇ ਨੇ, ਮੈਂ ਆਪਣੇ ਪੁੱਤਰ ਦੇ ਵਿੱਚ ਅਤੇ ਤੁਹਾਡੇ ਵਿੱਚ ਕਦੇ ਵੀ ਫਰਕ ਨਹੀਂ ਸਮਝਿਆ। ਜਿਵੇਂ ਮੈਂ ਆਪਣੇ ਪੁੱਤਰ ਨੂੰ ਸਮਝਦਾ ਸਾਂ, ਜਿਵੇਂ ਲਈ ਮੇਰਾ ਪੁੱਤਰ ਨਾਨਕ ਹੈ, ਉਹ ਜੇ ਮੇਰੇ ਵਾਸਤੇ ਤੁਸੀਂ ਹੋ, ਮੈਂ ਤੁਹਾਡੇ ਵਿੱਚ ਰੱਤਾ ਭਰ ਵੀ ਕਦੇ ਫਰਕ ਨਹੀਂ ਸਮਝਿਆ। ਤੁਸੀਂ ਮੇਰੇ ਪੁੱਤਰ ਦੇ ਵਾਂਗ ਹੀ ਹੋ। ਕਰ ਤਾਂ ਕੀ ਅਬ ਰਖਵਾਰੀ ਧਨ ਬਿਰਥਾ ਦੇ ਨਾ ਡਾਰੀ। ਕਹਿੰਦੇ ਤੁਸੀਂ ਹੁਣ ਆਪਣੇ ਮਿੱਤਰ ਦੀ ਰਾਖੀ ਕਰੋ, ਮੇਰੇ ਪੁੱਤਰ ਦੀ ਰਾਖੀ ਕਰਨੀ ਹੈ। ਉਹਨਾਂ ਨੂੰ ਸਮਝਾਉਣਾ ਹੈ ਵੀ ਕਿਸੇ ਪ੍ਰਕਾਰ ਦੇ ਨਾਲ ਧਨ ਨੂੰ ਗਵਾਉਣਾ ਨਹੀਂ, ਧਨ ਨੂੰ ਵਿਅਰਥ ਨਹੀਂ ਜਾਣ ਦੇਣਾ। ਤੁਝ ਸੰਗ ਰਹੇਗੀ ਲਾਜਾ ਧਨ ਜਾਵੇ ਨਹੀਂ ਅਕਾਜਾ। ਤੁਸੀਂ ਉਹਨਾਂ ਦੇ ਨਾਲ ਰਹਿੰਦੇ ਹੋ, ਉਹ ਇਸ ਕਰਕੇ ਤੁਹਾਡੀ ਕਹੀ ਹੋਈ ਗੱਲ ਨੂੰ ਮੋੜਨਗੇ ਨਹੀਂ, ਤੁਹਾਡੀ ਇੱਜ਼ਤ ਕਰਨਗੇ ਵੀ ਮੇਰੇ ਨਾਲ ਆਪਣਾ ਪਰਿਵਾਰ ਛੱਡ ਕੇ ਤੁਰੇ ਹੋਏ ਨੇ, ਤੁਹਾਡੀ ਕਹੀ ਹੋਈ ਗੱਲ ਨੂੰ ਕਦੇ ਨਹੀਂ ਮੋੜਨਗੇ, ਤੁਹਾਡੀ ਲਾਜ ਰੱਖ ਲੈਣਗੇ। ਤੁਸੀਂ ਬਸ ਉਹਨਾਂ ਨੂੰ ਸਮਝਾਉਣਾ ਹੈ ਵੀ ਧਨ ਨੂੰ ਫਜ਼ੂਲ ਨਹੀਂ ਗਵਾਈਦਾ। ਸੁਣ ਕਾਲੂ ਤੇ ਤਿਹ ਕਾਲਾ ਰਿਸ ਈਖਦ ਕਰ ਕਹਿ ਬਾਲਾ। ਜਦੋਂ ਬਾਬੇ ਕਾਲੂ ਜੀ ਦੀ ਇਹ ਗੱਲ ਭਾਈ ਬਾਲਾ ਜੀ ਨੇ ਸੁਣੀ ਨਾ, ਸਾਰੀ ਵਿਚਾਰ ਸੁਣ ਕੇ ਹੁਣ ਭਾਈ ਬਾਲਾ ਜੀ ਦੇ ਕਹਿੰਦੇ ਮਨ ਦੇ ਵਿੱਚ ਕੁਝ ਗੁੱਸਾ ਆਇਆ ਹੈ। ਹਮ ਲੋਭ ਨਹੀਂ ਮਨ ਰਾਈ ਕਿਉਂ ਮਹਿਤਾ ਜੀ ਪਰਵਾਈ। ਭਾਈ ਬਾਲਾ ਜੀ ਆਖਦੇ ਨੇ ਕਿ ਹੇ ਮਹਿਤਾ ਕਾਲੂ ਜੀ, ਤੁਸੀਂ ਆਪਣੇ ਮਨ ਦੇ ਵਿੱਚ ਇਹ ਭਰਮ ਕੱਢਦੇ ਹੋ, ਇਹ ਵਹਿਮ ਕੱਢਦੇ ਹੋ ਵੀ ਸਾਨੂੰ ਕਿਸੇ ਪ੍ਰਕਾਰ ਦਾ ਲਾਲਚ ਹੈ ਜਾਂ ਲੋਭ ਹੈ। ਸਾਡੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਲਾਲਚ ਨਹੀਂ ਹੈ, ਕਿਸੇ ਵੀ ਪ੍ਰਕਾਰ ਦਾ ਲੋਭ ਨਹੀਂ ਹੈ। ਤੁਸੀਂ ਆਪਣੇ ਮਨ ਦੇ ਵਿੱਚ ਕੋਈ ਇਹੋ ਜਿਹਾ ਭਰਮ ਨਾ ਰੱਖੋ। ਨਹਿ ਲਾਲਸ ਹੈ ਕੁਛ ਅਸਨਾ ਨਹਿ ਕਰਤ ਫਜੂਲੀ ਵਸਨਾ। ਕਹਿੰਦੇ ਸਾਨੂੰ ਨਾ ਹੀ ਕਿਸੇ ਪਦਾਰਥ ਦੀ ਲੋੜ ਹੈ, ਨਾ ਹੀ ਸਾਨੂੰ ਕਿਸੇ ਪ੍ਰਕਾਰ ਦੀ ਲਾਲਸਾ ਹੈ, ਤੇ ਨਾ ਹੀ ਅਸੀਂ ਵਸਤਰਾਂ ਨੂੰ ਅਸੀਂ ਫਜ਼ੂਲ ਦੇ ਵਿੱਚ ਗਵਾਉਂਦੇ ਹਾਂ। ਅਸੀਂ ਜੋ ਕੁਝ ਵੀ ਕਰਦੇ ਹਾਂ ਚੰਗੇ ਦੇ ਲਈ ਕਰਦੇ ਹਾਂ, ਅਸੀਂ ਕਿਸੇ ਵੀ ਚੀਜ਼ ਨੂੰ ਵਿਅਰਥ ਨਹੀਂ ਗਵਾ ਰਹੇ। ਪਰਮੇਸ਼ਰ ਨਾਨਕ ਰੂਪਾ ਉਪਕਾਰੀ ਸੰਤ ਅਨੂਪਾ। ਭਾਈ ਬਾਲਾ ਜੀ ਆਖਦੇ ਜਿਹੜਾ ਤੁਹਾਡੇ ਘਰ ਦੇ ਵਿੱਚ ਪੁੱਤਰ ਜਨਮਿਆ ਹੈ ਨਾ, ਉਹ ਪਰਮੇਸ਼ਰ ਦਾ ਸਰੂਪ ਹੈ, ਉਹ ਵਿਲੱਖਣ ਉਪਕਾਰ ਰੂਪੀ ਸੰਤ ਹੈ। ਉਹ ਸਾਰਿਆਂ ਦੇ ਉੱਤੇ ਉਪਕਾਰ ਕਰਦੇ ਨੇ, ਦਇਆ ਕਰਦੇ ਨੇ, ਉਹ ਸਾਰਿਆਂ ਦੀਆਂ ਝੋਲੀਆਂ ਭਰਦੇ ਨੇ ਰਿਜ਼ਕ ਦੇ ਨਾਲ। ਤੁਹਾਡਾ ਜਿਹੜਾ ਪੁੱਤਰ ਹੈ ਪਰਮੇਸ਼ਰ ਸਰੂਪ ਹੈ। ਇਸ ਸੰਗਤ ਹੋਤੇ ਉਦਾਰੋ ਮਨ ਸਭ ਹੈ ਸ਼ਰਧਾ ਧਾਰੋ। ਜਿਹੜੇ ਵੀ ਮਨੁੱਖ ਕਹਿੰਦੇ ਤੁਹਾਡੇ ਪੁੱਤਰ ਦੀ ਸੰਗਤ ਕਰਦੇ ਨੇ, ਉਹਨਾਂ ਦਾ ਉਧਾਰ ਹੁੰਦਾ ਹੈ। ਉਹ ਜਨਮ ਮਰਨ ਦੇ ਗੇਟ ਦੇ ਵਿੱਚੋਂ ਮੁਕਤੀ ਪ੍ਰਾਪਤ ਕਰਦੇ ਨੇ।
ਤੇ ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਪ੍ਰਤੀ ਸ਼ਰਧਾ ਧਾਰਨ ਕਰਦੇ ਨੇ ਉਹਨਾਂ ਦੇ ਮਨ ਦੇ ਵਿੱਚ ਸ਼ਾਂਤੀ ਆਉਂਦੀ, ਮਨ ਦੇ ਵਿੱਚ ਆਨੰਦ ਆਉਂਦਾ ਹੈ। ਹਮ ਪਾਈ ਦੁਰਲਭ ਦੇਹਾ ਪਬ ਤਾਰੂ ਕਾਰਜ ਏਹਾ। ਤੇ ਕਹਿੰਦੇ ਸਾਨੂੰ ਪ੍ਰਭੂ ਨੇ ਇਹ ਦੁਰਲਭ ਦੇ ਦਿੱਤੀ ਹੈ। ਜਿਹੜਾ ਸਾਡਾ ਮਨੁੱਖਾ ਜਨਮ ਹੈ ਨਾ, ਇਹ ਬਹੁਤ ਕੀਮਤੀ ਜਨਮ ਹੈ। ਕਹਿੰਦੇ ਅਸੀਂ ਇਸ ਮਨੁੱਖਾ ਜਨਮ ਦੀ ਸੰਭਾਲ ਕਰਦੇ ਹਾਂ, ਇਸ ਦੀ ਸਮਝ ਹਾਸਲ ਕਰਦੇ ਹਾਂ। ਇਹ ਸਮਝਣਾ ਵੀ ਇਸ ਭਵਜਲ ਨੂੰ, ਇਸ ਸੰਸਾਰ ਰੂਪੀ ਸਮੁੰਦਰ ਨੂੰ ਕਿਸ ਤਰ੍ਹਾਂ ਪਾਰ ਕਰਨਾ ਹੈ। ਸੁਨ ਮਹਿਤਾ ਤੁਝ ਤਨ ਚਾਹਾ, ਰਹੋ ਨਾਨਕ ਸੁਤ ਕੇ ਪਾਹਾ। ਕਹਿੰਦੇ ਇਸ ਸੰਸਾਰ ਸਾਗਰ ਦੇ ਵਿੱਚ ਰਹਿੰਦੇ ਆ, ਇਸ ਨੂੰ ਪਾਰ ਕਰਨਾ ਹੈ, ਇਹੀ ਵੱਡਾ ਕਾਰਜ ਹੈ। ਕਿਵੇਂ ਪਾਰ ਕੀਤਾ ਜਾਵੇ? ਹੇ ਮਹਿਤਾ ਕਾਲੂ ਜੀ ਸੁਣੋ, ਕਹਿੰਦੇ ਜੇ ਤੁਹਾਨੂੰ ਧਨ ਚਾਹੀਦਾ ਹੈ ਨਾ, ਰਹੋ ਨਾਨਕ ਸੁਤ ਕੇ ਪਾਹਾ। ਤੁਸੀਂ ਆਪਣੇ ਪੁੱਤਰ ਦੇ ਪਾਸ ਹੀ ਰਹੋ, ਤੁਸੀਂ ਆਪਣੇ ਪੁੱਤਰ ਨਾਨਕ ਦੇ ਕੋਲ ਹੀ ਰਹੋ। ਜੇ ਤੁਹਾਡੇ ਮਨ ਦੇ ਵਿੱਚ ਜ਼ਿਆਦਾ ਹੀ ਧਨ ਪ੍ਰਾਪਤ ਕਰਨ ਦੀ ਇੱਛਾ ਹੈ, ਤੁਸੀਂ ਚਾਹੁੰਦੇ ਹੋ ਵੀ ਜੋ ਕੁਝ ਵੀ ਕਮਾਉਂਦੇ ਨੇ ਤੁਹਾਨੂੰ ਮਿਲੇ, ਤਾਂ ਕਹਿੰਦੇ ਤੁਸੀਂ ਆਪਣੇ ਪਰਿਵਾਰ ਸਮੇਤ ਆਪਣੇ ਪੁੱਤਰ ਦੇ ਕੋਲ ਰਹਿਣਾ ਕਰੋ। ਮਮ ਇੱਛਾ ਉਰ ਮਹਿ ਏਹੀ, ਨਹਿ ਆਏ ਸਮੇਟਵ ਕੇਹੀ। ਕਹਿੰਦੇ ਮੇਰੇ ਦਿਲ ਦੀ ਤਾਂ ਇਹੋ ਇੱਛਾ ਹੈ, ਮੈਂ ਉਸ ਦਾ ਕੋਈ ਵੀ ਹੁਕਮ ਨਹੀਂ ਮੋੜਦਾ। ਜਿਵੇਂ ਮੇਰਾ ਭਰਾ, ਮੇਰਾ ਮਿੱਤਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੇ ਪਰਮੇਸ਼ਰ ਸਰੂਪ ਨੇ, ਜਿਨ੍ਹਾਂ ਦੀ ਮੈਨੂੰ ਦੋਸਤੀ ਪ੍ਰਾਪਤ ਹੋਈ ਹੈ, ਜਿਨ੍ਹਾਂ ਦੀ ਮੈਨੂੰ ਮਿੱਤਰਤਾ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਕਹਿੰਦੇ ਉਹਨਾਂ ਦਾ ਹੁਕਮ ਮੈਂ ਕਦੇ ਵੀ ਨਹੀਂ ਮੋੜ ਸਕਦਾ। ਤੁਸੀਂ ਜੋ ਕੁਝ ਮਰਜ਼ੀ ਮੈਨੂੰ ਆਖੋ। ਕਛ ਦਰਬ ਨਾ ਪ੍ਰੀਹਾ ਮੇਰੇ, ਜੇ ਮਨ ਮੈਂ ਲਾਲਸ ਤੇਰੇ। ਕਹਿੰਦੇ ਮੇਰੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਧਨ ਪ੍ਰਾਪਤ ਕਰਨ ਦੀ ਇੱਛਾ ਨਹੀਂ ਹੈ। ਜਿਸ ਦੀ ਕਿ ਤੁਹਾਡੇ ਮਨ ਦੇ ਵਿੱਚ ਲਾਲਸਾ ਹੈ ਨਾ ਮਹਿਤਾ ਕਾਲੂ ਜੀ, ਤੁਸੀਂ ਆਖਦੇ ਹੋ ਵੀ ਧਨ ਜੋੜਨ ਦੀਆਂ ਗੱਲਾਂ ਵਾਰ-ਵਾਰ ਕਰਦੇ ਹੋ। ਕਹਿੰਦੇ ਮੇਰੇ ਮਨ ਦੇ ਵਿੱਚ ਇਹੋ ਜਿਹੀ ਰੱਦਾ ਭਰ ਵੀ ਲਾਲਸਾ ਨਹੀਂ ਹੈ। ਰਹੋ ਨਾਨਕ ਸੁਤ ਕੇ ਪਾਸੋਂ, ਲੈ ਆਵੋ ਇਹਾਂ ਅਵਾਸੂ। ਕਹਿੰਦੇ ਤੁਸੀਂ ਆਪਣੇ ਪੁੱਤਰ ਦੇ ਪਾਸ ਰਹੋ, ਆਪਣੇ ਪੁੱਤਰ ਨਾਨਕ ਦੇ ਕੋਲ ਰਹੋ ਤੇ ਆਪਣੇ ਸਾਰੇ ਘਰ ਪਰਿਵਾਰ ਨੂੰ ਇੱਥੇ ਹੀ ਲੈ ਆਵੋ। ਜੋ ਖਰਚੇ ਤੇ ਵੱਧ ਜਾਵੇ, ਰਹੋ ਲੇਵਤ ਜੋ ਕਰ ਆਵੇ। ਕਹਿੰਦੇ ਅਸੀਂ ਜਿੰਨਾ ਵੀ ਖਰਚਦੇ ਆ ਨਾ, ਜੋ ਕੁਝ ਵੀ ਖਰਚਦੇ ਆ, ਕਹਿੰਦੇ ਉਹ ਵੱਧਦਾ ਹੀ ਗਿਆ, ਅੱਜ ਤੱਕ ਕਦੇ ਘਟਿਆ ਨਹੀਂ, ਕਦੇ ਕਿਸੇ ਵੀ ਕਿਸਮ ਦੀ ਤੋਟ ਨਹੀਂ ਆਈ। ਜੋ ਕੁਝ ਵੀ ਤੁਹਾਡੇ ਹੱਥ ਆਵੇ ਤੁਸੀਂ ਉਹਨਾਂ ਦੇ ਕੋਲੋਂ ਉਹ ਪ੍ਰਾਪਤ ਕਰਦੇ ਰਹਿਣਾ। ਬਿਤ ਹੋਏ ਨਾ ਹਮਾਰੇ ਪਾਸਾ, ਉਹ ਸੁਆਮੀ ਹਮ ਤਹਿ ਦਾਸਾ। ਕਹਿੰਦੇ ਮੇਰੇ ਪਾਸ ਉਹਨਾਂ ਦੇ ਕੋਲੋਂ ਧਨ ਨਹੀਂ ਲਿਆਂਦਾ ਜਾ ਸਕਦਾ, ਉਹ ਮੇਰਾ ਮਾਲਕ ਹੈ। ਕਹਿੰਦੇ ਮੈਂ ਉਹਦਾ ਸੇਵਕ ਹਾਂ। ਤੁਸੀਂ ਆਖਦੇ ਹੋ ਨਾ ਉਹਨਾਂ ਦੇ ਕੋਲੋਂ ਧਨ ਲੈ ਕੇ ਆਉਣਾ, ਧਨ ਸੰਭਾਲਣ ਦੀ ਉਹਨਾਂ ਨੂੰ ਰੀਤ ਸਮਝਾਉਣੀ, ਕਹਿੰਦੇ ਉਹ ਤਾਂ ਮੇਰੇ ਖਸਮ ਹੈ, ਉਹ ਤਾਂ ਮੇਰਾ ਮਾਲਕ ਹੈ। ਮੈਂ ਉਹਨਾਂ ਦੇ ਕੋਲੋਂ ਕਿਸੇ ਵੀ ਚੀਜ਼ ਦੀ ਮੰਗ ਨਹੀਂ ਕਰ ਸਕਦਾ। ਤਨ ਇਕਠੋ ਕਿਉਂ ਬਨ ਆਈ, ਤਹਿ ਆਏ ਸਮੇਟ ਨਾ ਜਾਈ। ਕਹਿੰਦੇ ਇਹ ਧਨ ਇਕੱਠਾ ਕਿਵੇਂ ਹੋ ਸਕਦਾ? ਮੈਂ ਉਹਨਾਂ ਦੇ ਹੁਕਮ ਨੂੰ ਟਾਲ ਨਹੀਂ ਸਕਦਾ, ਕਿਉਂਕਿ ਉਹਨਾਂ ਦੀ ਸੰਗਤ ਕੀਤਿਆਂ ਮੇਰੇ ਮਨ ਦੇ ਵਿੱਚ ਜੋ ਕੁਝ ਵੀ ਮੈਨੂੰ ਪ੍ਰਾਪਤ ਹੋਇਆ, ਮੇਰੇ ਮਨ ਨੇ ਜਿਹੋ ਜਿਹੇ ਸੁੱਖ ਪ੍ਰਾਪਤ ਕੀਤੇ ਨੇ, ਮੈਂ ਇਸ ਬਾਬਤ ਚੰਗੀ ਤਰ੍ਹਾਂ ਜਾਣਦਾ ਹਾਂ। ਇਹ ਤੁਹਾਡੀ ਗੱਲਾਂ ਨੂੰ ਹੁਣ ਮੈਂ ਕਿਸ ਤਰ੍ਹਾਂ ਮੰਨਾਂ? ਸੁਣ ਬੋਲਿਓ ਤਬ ਜੈ ਰਾਮਾ, ਸੁਣ ਮੈਂ ਤਾਂ ਇਹ ਨੇ ਕਾਮਾ। ਤੇ ਜਦੋਂ ਭਾਈ ਬਾਲਾ ਜੀ ਨੇ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਉਹਨਾਂ ਦੇ ਪਿਤਾ ਜੀ ਦੇ ਨਾਲ ਵਿਚਾਰ ਚਰਚਾ ਕੀਤੀ, ਤਾਂ ਕੋਲ ਖੜੇ ਭਾਈ ਜੈ ਰਾਮ ਜੀ ਹੁਣ ਬੋਲਦੇ ਨੇ। ਭਾਈ ਜੈ ਰਾਮ ਜੀ ਆਖਦੇ ਨੇ ਆਪਣੇ ਸੋਹਰਾ ਸਾਹਿਬ ਨੂੰ, ਤੇ ਆਖਦੇ ਨੇ ਕਹਿੰਦੇ ਜੋ ਕੁਝ ਵੀ ਤੁਸੀਂ ਕਹਿ ਰਹੇ ਹੋ ਨਾ, ਭਾਈ ਬਾਲਾ ਜੀ ਵੀ ਜਿਸ ਤਰ੍ਹਾਂ ਕਹਿ ਰਹੇ ਨੇ, ਇਹ ਫਾਲਤੂ ਦੀਆਂ ਗੱਲਾਂ ਨੇ ਵੀ ਧਨ ਇਕੱਠਾ ਕਰਨਾ ਚਾਹੀਦਾ, ਧਨ ਨੂੰ ਜੋੜਨਾ ਚਾਹੀਦਾ, ਇਹ ਬੇਲੋੜੀਆਂ ਗੱਲਾਂ ਨੇ। ਸਭ ਬਾਲੇ ਸਾਚ ਬਖਾਨੀ, ਸਤ ਜਾਣੋ ਨਿਜ ਮਨ ਮਾਹੀ। ਕਹਿੰਦੇ ਜੋ ਵੀ ਭਾਈ ਬਾਲੇ ਨੇ ਵਿਚਾਰ ਕੀਤੀ ਹੈ ਨਾ, ਸਾਰੀ ਸੱਚੀ ਹੈ, ਕੋਈ ਵੀ ਰੱਤਾ ਭਰ ਇਸ ਦੇ ਵਿੱਚ ਝੂਠ ਨਹੀਂ। ਤੁਸੀਂ ਵੀ ਇਸ ਗੱਲ ਨੂੰ ਸੱਚੀ ਜਾਣੋ ਤੇ ਮਨ ਵਿੱਚ ਪੂਰੀ ਤਰ੍ਹਾਂ ਇਸ ਗੱਲ ਨੂੰ ਪੱਕੀ ਕਰ ਲਵੋ। ਨਹਿ ਕੀਜੇ ਉਰ ਮਹਿ ਰੋਸੂ, ਕਛ ਬਾਲੇ ਕੋ ਨਹਿ ਦੋਸ਼ੂ। ਆਪਣੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਰੋਸ ਨਾ ਪੈਦਾ ਕਰੋ, ਕਿਸੇ ਵੀ ਪ੍ਰਕਾਰ ਦਾ ਗੁੱਸਾ ਨਾ ਧਾਰਨ ਕਰੋ।
ਇਸ ਵਿੱਚ ਕਹਿੰਦੇ ਭਾਈ ਬਾਲੇ ਜੀ ਦਾ ਕਿਸੇ ਵੀ ਪ੍ਰਕਾਰ ਦਾ ਦੋਸ਼ ਨਹੀਂ ਹੈ। ਜੋ ਕੁਝ ਵੀ ਉਹਨਾਂ ਨੇ ਕਿਹਾ ਨਾ ਉਹ ਸਾਰਾ ਕੁਝ ਸੱਚ ਹੈ। ਜੋ ਕੁਝ ਵੀ ਇਹ ਖਰਚਦੇ ਨੇ ਇਹ ਵੱਧਦਾ ਜਾਂਦਾ, ਕਦੇ ਵੀ ਇਸ ਚੀਜ਼ ਦੇ ਵਿੱਚ ਤੋਟ ਨਹੀਂ ਆਈ। ਇਹ ਬਿਲਕੁਲ ਸੱਚ ਹੈ। ਤੁਸੀਂ ਆਪਣੇ ਮਨ ਦੇ ਵਿੱਚ ਰੋਸ ਨਾ ਕਰੋ। ਜਬ ਹੋਵੇ ਨਾਨਕ ਵਿਆਹ ਨੈ ਖੋਵੇ ਧਨ ਨਿਤ ਚਾਹਾ। ਕਹਿੰਦੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਵਿਆਹ ਹੋ ਜਾਵੇਗਾ, ਆਪਣੇ ਘਰ ਪਰਿਵਾਰ ਦੇ ਬਾਬਤ ਉਹਨਾਂ ਨੂੰ ਪਤਾ ਲੱਗੇਗਾ, ਤੇ ਇਸੇ ਤਰ੍ਹਾਂ ਕਹਿੰਦੇ ਉਹ ਕਦੇ ਵੀ ਫਿਰ ਧਨ ਗਵਾਉਣਗੇ ਨਹੀਂ, ਕਿ ਫਿਰ ਉਹ ਆਪਣੀ ਧਨ ਦੀ ਲੋੜ ਨੂੰ ਪੂਰਾ ਕਰਨਗੇ। ਆਪਣੇ ਘਰ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਧਨ ਦੀ ਸੰਭਾਲ ਕਰਨਗੇ। ਬੁਲਵਾਵੋ ਹੋਏ ਸਗਾਈ ਚਿਤ ਚਿੰਤਾ ਕਰੋ ਨਾ ਕਾਈ। ਜੈ ਰਾਮ ਜੀ ਆਖਦੇ ਨੇ ਵੀ ਜਦੋਂ ਸਗਾਈ ਦਾ ਮੁਹੂਰਤ ਆਏਗਾ, ਜਦੋਂ ਅਸੀਂ ਸਗਾਈ ਦਾ ਦਿਨ ਮੁਕਰਰ ਕਰਾਂਗੇ, ਤੁਹਾਨੂੰ ਵਾਪਸ ਸੱਦਾ ਭੇਜਾਂਗੇ, ਤੁਹਾਨੂੰ ਬੁਲਾਵਾਂਗੇ। ਆਪਣੇ ਚਿੱਤ ਦੇ ਵਿੱਚ, ਆਪਣੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਚਿੰਤਾ ਨਾ ਕਰੋ। ਆਪਣੇ ਮਨ ਦੀਆਂ ਚਿੰਤਾਵਾਂ ਨੂੰ ਹੁਣ ਤਿਆਗ ਦਿਓ। ਤੇ ਮੋਹ ਤਬੇ ਹੋ ਜਾਈ ਨਹਿ ਖੋਵੇ ਦਰਬ ਅਜਾਈ। ਕਹਿੰਦੇ ਜਦੋਂ ਤੁਹਾਡੇ ਪੁੱਤਰ ਦਾ ਵਿਆਹ ਹੋ ਗਿਆ, ਇਹਨਾਂ ਦਾ ਪਰਿਵਾਰ ਦੇ ਨਾਲ ਲਗਾਅ ਹੋ ਜਾਵੇਗਾ, ਪਰਿਵਾਰ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਇਆਂ ਫਿਰ ਇਹ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਧਨ ਇਕੱਠਾ ਕਰਨਾ ਚਾਹੀਦਾ, ਇਹ ਉਸ ਲੋੜਾਂ ਦੀ ਖਾਤਰ ਫਿਰ ਧਨ ਨੂੰ ਇਕੱਠਾ ਕਰਨਗੇ। ਸੁਣ ਬਾਲਾ ਤਹਾਂ ਸਿਦਾਇਆ ਜੈ ਨਾਨਕ ਹਾਟ ਸੁਹਾਇਆ। ਕਹਿੰਦੇ ਸਾਰੀ ਵਿਚਾਰ ਚਰਚਾ ਜਦੋਂ ਭਾਈ ਬਾਲਾ ਜੀ ਨੇ ਸੁਣੀ, ਜਿਨ੍ਹਾਂ ਨੂੰ ਜੈ ਰਾਮ ਜੀ ਨੇ ਸੱਦਾ ਦੇ ਕੇ ਆਪਣੇ ਗ੍ਰਹਿ ਵਿਖੇ ਬੁਲਾਇਆ ਸੀ, ਸਾਰੀ ਵਿਚਾਰ ਚਰਚਾ ਸੁਣਨ ਤੋਂ ਬਾਅਦ ਹੁਣ ਭਾਈ ਬਾਲਾ ਜੀ ਵਾਪਸ ਉਸ ਸਥਾਨ ਦੇ ਉੱਤੇ ਪਹੁੰਚ ਗਏ ਨੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਰਲ ਕੇ ਹੱਟੀ ਦੀ ਕਾਰ ਕਰਦੇ ਨੇ, ਉੱਥੇ ਕਮਾਈ ਕਰਦੇ ਨੇ, ਉੱਥੇ ਧਨ ਕਮਾਉਂਦੇ ਨੇ, ਤੇ ਉਸ ਸਥਾਨ ਦੇ ਉੱਤੇ ਜਾ ਕੇ ਹੁਣ ਵਿਰਾਜਮਾਨ ਹੁੰਦੇ ਨੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਾਰ ਵਿਹਾਰ ਕਰਦੇ ਹੋਏ ਸ਼ੋਭਾ ਪਾ ਰਹੇ ਨੇ। ਤਬ ਕਾਲੂ ਕੋਇਕ ਕਾਲਾ ਬੀਤਾਇਓ ਤਨਿਆ ਸ਼ਾਲਾ। ਤੇ ਕਹਿੰਦੇ ਤਦ ਫਿਰ ਮਹਿਤਾ ਕਾਲੂ ਜੀ ਆਪਣੀ ਪੁੱਤਰੀ ਦੇ ਘਰ, ਆਪਣੀ ਧੀ ਦੇ ਘਰ ਕੁਝ ਸਮਾਂ ਉੱਥੇ ਉਹਨਾਂ ਨੇ ਸਥਾਨ ਕੀਤਾ, ਕੁਝ ਸਮਾਂ ਉੱਥੇ ਉਹਨਾਂ ਨੇ ਟਿਕਾ ਕੀਤਾ ਹੈ। ਚਲਣੇ ਕੀ ਕੀਨੀ ਤਿਆਰੀ ਸਮਝਾਵਤ ਬਹੁ ਪ੍ਰਕਾਰੀ। ਕੁਝ ਸਮਾਂ ਰੁਕਣ ਤੋਂ ਬਾਅਦ ਫਿਰ ਹੁਣ ਮਹਿਤਾ ਕਾਲੂ ਜੀ ਨੇ ਵਾਪਸ ਤਲਵੰਡੀ ਦੀ ਧਰਤੀ ਵੱਲ ਜਾਣ ਦੇ ਲਈ ਤਿਆਰੀ ਖਿੱਚ ਲਈ ਹੈ, ਤਿਆਰੀ ਕਰ ਰਹੇ ਨੇ। ਤੇ ਨਾਲ ਹੀ ਨਾਲ ਕਹਿੰਦੇ ਆਪਣੇ ਪੁੱਤਰ ਨੂੰ ਵੀ, ਜਿਹੜੇ ਬੇਬੇ ਨਾਨਕੀ ਜੀ ਦੇ ਗ੍ਰਹਿ ਵਿਖੇ ਹੀ ਰਹਿੰਦੇ ਨੇ, ਉਹਨਾਂ ਨੂੰ ਵੀ ਕਈ ਪ੍ਰਕਾਰ ਦੇ ਨਾਲ, ਕਈ ਤਰੀਕਿਆਂ ਦੇ ਨਾਲ ਸਮਝਾਉਣਾ ਕਰਦੇ ਨੇ। ਸੁਤ ਹੋਏ ਸਗਾਈ ਤੇਰੀ ਅਬ ਤੂਰ ਨੈ ਕਛ ਦੇਰੀ। ਕਹਿੰਦੇ ਮੇਰੇ ਪੁੱਤਰ ਤੇਰੀ ਹੁਣ ਸਗਾਈ ਹੋਵੇਗੀ, ਤੇਰੀ ਉਮਰ ਹੋ ਗਈ ਵਿਆਹ ਦੀ, ਹੁਣ ਤੁਹਾਡੇ ਵਿਆਹ ਦੇ ਲਈ ਅਸੀਂ ਘਰ ਪਰਿਵਾਰ ਦੇਖ ਰਹੇ ਹਾਂ, ਛੇਤੀ ਹੀ ਤੁਹਾਡੀ ਸਗਾਈ ਹੋ ਜਾਵੇਗੀ, ਤੇ ਇਸ ਦੇ ਵਿੱਚ ਕਹਿੰਦੇ ਕਿਸੇ ਵੀ ਪ੍ਰਕਾਰ ਦੀ ਕੋਈ ਦੇਰੀ ਨਹੀਂ ਹੈ। ਕਰ ਇਕਠੋ ਖਰਚ ਸਗਾਈ ਤਜ ਆਗਲ ਰੀਤ ਬੇਜਾਈ। ਕਹਿੰਦੇ ਆਪਣੀ ਸਗਾਈ ਦੇ ਵਾਸਤੇ ਉਹਨੂੰ ਧਨ ਇਕੱਠਾ ਕਰ ਲਓ, ਤੁਸੀਂ ਆਪ ਹੀ ਸਾਰਾ ਖਰਚ ਦੇਖਣਾ ਹੈ। ਤੇ ਇਸੇ ਕਰਕੇ ਜਿਹੜੀ ਪਿਛਲੀ ਅਜੋਗ ਰੀਤੀ ਸੀ ਨਾ, ਜੋ ਤੁਸੀਂ ਅਜੋਗ ਕੰਮ ਕਰਦੇ ਸੀ, ਗਲਤ ਕੰਮ ਕਰਦੇ ਸੀ, ਧਨ ਨੂੰ ਵਿਅਰਥ ਗਵਾ ਰਹੇ ਸੀ, ਉਹ ਰੀਤੀ ਨੂੰ ਹੁਣ ਤਿਆਗ ਦਵੋ। ਮਿਲ ਤਨ ਜਾਪਤ ਕੋ ਬੋ ਚਲਨ ਸਮੈ ਕਰ ਹਿਤ ਕੋ। ਫਿਰ ਮਹਿਤਾ ਕਾਲੂ ਜੀ ਆਪਣੀ ਪੁੱਤਰੀ ਬੇਬੇ ਨਾਨਕੀ ਜੀ ਨੂੰ, ਭਾਈ ਜੈ ਰਾਮ ਜੀ ਨੂੰ ਮਿਲਦੇ ਨੇ, ਤੇ ਚੱਲਣ ਦੇ ਸਮੇਂ, ਉੱਥੋਂ ਚਾਲਾ ਪਾਉਣ ਦੇ ਸਮੇਂ ਬੜੇ ਪ੍ਰੇਮ ਦੇ ਨਾਲ, ਬੜੇ ਸਤਿਕਾਰ ਦੇ ਨਾਲ ਆਪਸ ਦੇ ਵਿੱਚ ਮਿਲਦੇ ਨੇ। ਮਿਲ ਨਾਨਕ ਸੋ ਪੁਨ ਬਾਲਾ ਬਚ ਹਿਤ ਕੇ ਕਹਿ ਕਰ ਚਾਲਾ। ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮਿਲੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਨਾਲ ਉਹਨਾਂ ਨੇ ਭਾਈ ਬਾਲੇ ਜੀ ਨੂੰ ਵੀ ਆਪਣੀ ਗਲਵੱਕੜੀ ਦੇ ਵਿੱਚ ਲਿਆ। ਭਾਈ ਬਾਲੇ ਜੀ ਨੂੰ ਵੀ ਉਸੇ ਤਰ੍ਹਾਂ ਪਿਆਰ ਕੀਤਾ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪਿਆਰ ਕਰਦੇ ਨੇ। ਨਿਜ ਕਾਲੂ ਪੌਣ ਸਿਦਾਇਆ ਪੁਨ ਨਾਨਕ ਕਾਰ ਚਲਾਇਆ। ਕਹਿੰਦੇ ਮਹਿਤਾ ਕਾਲੂ ਜੀ ਨੇ ਆਪਣੇ ਘਰ ਵੱਲ ਨੂੰ ਚਾਲੇ ਪਾ ਦਿੱਤੇ, ਆਪਣੇ ਨਗਰ ਵੱਲ ਨੂੰ ਚਲੇ ਗਏ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰੋਜ਼ਾਨਾ ਦੇ ਨੇਮ ਦੇ ਅਨੁਸਾਰ ਜਿਹੜੀ ਆਪਣੀ ਕਿਰਤ ਕਰਦੇ ਨੇ, ਉਸੇ ਤਰ੍ਹਾਂ ਆਪਣੀ ਕਿਰਤ ਕਰਨ ਦੇ ਵਿੱਚ ਜੁੜ ਗਏ ਨੇ।
है रीत पूरबल जैसी सब भरते नानक तैसी। जिवें धन गुरु नानक साहब जी महाराज पहला तो अपना कार विहार करते हैं, उसे रीति के अनुसार धन गुरु नानक साहब जी महाराज वरतारा वरता रहे ने। दे असन बसन सब ताई कर शूशा को न पठाई। वो सारिਆਂ ਨੂੰ ਚੰਗੇ तरीके ਦੇ ਨਾਲ भोजन भी छकाउंदे ने जे कोई भुखा आउंदा, जे किसी ਨੂੰ वस्त्र की लोड़ है उन्हां ਨੂੰ वस्त्र भी दिंदे ने। कहते कोई भी मंगत उन्हां दे दर दे उत्तों खाली हथ नहीं जाता। पुर पसरी कीरत रूरी नर नारन कर कर पूरी। इसे तरह सारे नगर दे विच उन्हां दे काम काज की जिहड़ी प्रशंसा सी वो सारे घर घर दे विच फैल चुकी है। सारे घर घर दे विच लोग धन गुरु नानक साहब जी महाराज दी वडियाइयां करते हैं। जिन्ने भी स्त्रियां पुरुष ने घर घर दे विच उन्हां दा जस गाउंदे हन। कह पात मरालन फूली कल किदों मालती फूली। ते कहंदे जिवें हंसां दी डार अपना ठिकाना भुल गई होवे, मानो जिवें कहंदे सुंदर फुल खिड़े होए होण, इसे तरह उन्हां दी धन गुरु नानक साहब जी महाराज जी दी उस नगर दे विच सुंदर फुल्लां दे वांग उन्हां दी वडियाई हो रही। जिवें सुंदर फुल्लां नूं देख के साडा मन मोहित हो जाता ना, असीं फुल्लां नूं देख के मन दे विच खुशी भी महसूस करदे आ। ते इसे तरह धन गुरु नानक साहब जी महाराज जी दे इहो जे कार विहार नूं देखदे आ, इहो जिहा सुभाਅ नूं देखदे आ। सुल्तानपुर नगर दे लोग सारे ही धन गुरु नानक साहब जी महाराज जी दा हुण जस गाउंदे ने। ज्यों सुरतर अनक उदारा त्यों देत ना होते अवारा। ते इसे तरह कहते जिवें कल्प दा वृक्ष है ना, ये मनोकल्पिक गल्लां ने, मिथिहासक तत्थ ने। गुरबाणी दे विच भी पैसे इस चीज़ का जिक्र किया गया कल्प वृक्ष का। कहते जिवें कल्प वृक्ष एक बहुत बड़ा इहो जिहा रुख मन्निया जाता भी जिस रुख के हेठां खड़े होकर मनुख जिहो जी इच्छा करता है ना, उसे तरह दी इच्छावां पूरियां हो जांदियां ने। इसे तरह उस कल्प वृक्ष का अलंकार बनदे होए कवि संतोख सिंह जी चूड़ामणी जी ने धन गुरु नानक साहब जी महाराज जी के गुणां की वडियाई की। जिवें कहंदे मन्निया जाता भी कल्प वृक्ष के कल्प रुख के थल्ले खड़ के मनुख जिहो जी इच्छा करता उसकी इच्छा पूरी हो जाती। इसे तरह धन गुरु नानक साहब जी महाराज जी की शरण दे विच जिहड़ा भी मनुख चल के आउंदा, जिहो जी भी उसकी इच्छा हुंदी है ओह इच्छावां उसदियां संपूर्ण हुंदियां ने। नित पूर फकीरन पीरा दे हर खेर दे सदीरा। इसे तरह कहते उन्हां दे दर दे उत्ते सदा ही फकीरां दी भीड़ लगी रहती है। धीरज वाले धन गुरु नानक साहब जी महाराज मनुखों के मनां दे विच टिकाव पैदा करने वाले मनुख धन गुरु नानक साहब जी महाराज हुण सारे मनुखों नूं दान दिंदे ने। ते उन्हां दे नाल धन गुरु नानक साहब जी महाराज जी का यह व्यवहार देख के सारे खुशी खुशी उत्थों वापस परतदे ने। दोहरा कितक काल बतीत पयो तबे पशन एक आए। दूती करी जय राम पै सदन एकांत बसाए। ते कहंदे बहुत समा इस तरह बतीत होया। धन गुरु नानक साहब जी महाराज अपनी रोजाना की कार करते हैं, अनेकों दर के उत्ते मंगते चल के आते हैं, उन्हों दी मनोकामनावां पूरियां होंदियां ने। कहंदे फिर एक दिन किसी ने जय राम जी के घर जाके उन्होंने इकल्लियां बिठा के धन गुरु नानक साहब जी महाराज जी की चुगली की है। धन गुरु नानक साहब जी महाराज जी की निंदिया की। निंदिया का मतलब ये नहीं होंदा भी असी जेकर किसी मनुख जे कोई भैड़ा है, कोई गलत कर्म कर रहा तो असी उस दी गलती के बाबत विचार करिए, ये निंदिया नहीं होंदी। जेकर असी गुलाब के फुल नूं उसनूं कंडा कह दईए, गुलाब का फुल का सुभाਅ है वह खुशबू बनता है। जेकर असी उस दे सुभाਅ नूं बिगाड़ के असी ये आखिए कि गुलाब के फुल दे विच बदबू आउंदी, गुलाब का फुल बहुत भैड़ा होंदा, ये उस फुल की निंदिया होगी, उसकी वडियाई नहीं है। जिवें कंडे का सुभाਅ हुंदा भी जिवें वो किसी साडे शरीर के अंग के उत्ते लग जाए ना, वो कंडा चुभदा है, कई बारी साडे शरीर दे विचों खून भी निकल जाता। तो वो कंडे का सुभाਅ है भी कंडा बहुत कठोर ते तिखा हुंदा। जेकर असी कंडे के बाबत ये आख दईए भी ये बहुत कोमल है, कंडे दे विच बहुत खुशबू आती है, तो ये उसकी निंदिया होगी। भाव जिहड़ी चीज़ नूं असी बिगाड़ के पेश करते हैं वो निंदिया हुंदी। गलत नूं गलत कहना निंदिया नहीं,
ਚੋਰ ਨੂੰ ਚੋਰ ਕਹਿਣਾ ਨਿੰਦਿਆ ਨਹੀਂ, ਜੇਕਰ ਸੱਚੇ ਇਨਸਾਨ ਨੂੰ ਅਸੀਂ ਚੋਰ ਕਵਾਂਗੇ ਇਹ ਨਿੰਦਿਆ ਹੋਵੇਗੀ। ਕਿਸੇ ਵੀ ਚੀਜ਼ ਦੇ ਪੱਖ ਨੂੰ ਵਿਗਾੜ ਕੇ ਪੇਸ਼ ਕਰਦੇ ਆ ਤਾਂ ਉਹ ਨਿੰਦਿਆ ਹੁੰਦੀ। ਹੁਣ ਜੈ ਰਾਮ ਜੀ ਦੇ ਘਰ ਦੇ ਵਿੱਚ ਕੋਈ ਨਗਰ ਦਾ ਮਨੁੱਖ ਆ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਹੁਣ ਜੋ ਕੁਝ ਵੀ ਸੁਭਾਅ ਸੀ ਉਸ ਦੇ ਉਲਟ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਨਿੰਦਿਆ ਕਰਦਾ ਹੈ। ਹਾਕਲ ਛੰਦ ਤੇ ਸੋਦਰ ਤੁਮ ਸਮਝਾਓ, ਤਨ ਬਿਰਥਾ ਨਾਹੇ ਲੁਟਾਓ। ਕਹਿੰਦੇ ਤੁਸੀਂ ਆਪਣੇ ਇਸਤਰੀ ਦੇ ਭਰਾ ਨੂੰ, ਹੁਣ ਜੈ ਰਾਮ ਜੀ ਨੂੰ ਆਖਦੇ ਨੇ ਵੀ ਬੇਬੇ ਨਾਨਕੀ ਜੀ ਦੇ ਭਰਾ ਨੂੰ ਤੁਸੀਂ ਸਮਝਾਓ ਵੀ ਉਹ ਧਨ ਨੂੰ ਇਸ ਤਰ੍ਹਾਂ ਵਿਅਰਥ ਨਾ ਗਵਾਵੇ। ਮਨ ਜਾਣ ਭਲੇ ਮਮ ਬੈਨਾ, ਮਨ ਤਨਕ ਤਾਹੇ ਕੇ ਬੈਨਾ। ਕਹਿੰਦੇ ਮੇਰੀ ਗੱਲ ਨੂੰ ਆਪਣੇ ਮਨ ਦੇ ਵਿੱਚ ਹੁਣ ਚੰਗੀ ਤਰ੍ਹਾਂ ਪੱਕੀ ਕਰ ਲਓ। ਜਿਹੜਾ ਮਨੁੱਖ ਜੈ ਰਾਮ ਜੀ ਦੇ ਕੋਲ ਚੱਲ ਕੇ ਆਇਆ ਨਾ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਗੱਲ ਕਰਨ ਦੇ ਲਈ, ਉਹ ਜੈ ਰਾਮ ਜੀ ਨੂੰ ਆਖਦੇ ਨੇ ਵੀ ਤੁਸੀਂ ਇਹ ਗੱਲ ਮੇਰੀ ਆਪਣੇ ਮਨ ਦੇ ਵਿੱਚ ਪੱਕੀ ਕਰ ਲਓ। ਮਨ ਤਨਕ ਤਾਹੇ ਕੇ ਭੈਣਾ। ਤੇ ਗੁਰੂ ਨਾਨਕ ਨੂੰ ਕਹਿੰਦੇ ਰਤਾ ਭਰ ਵੀ ਕਿਸੇ ਦਾ ਡਰ ਨਹੀਂ ਹੈ, ਉਹ ਡਰ ਰਹਿਤ ਹੋ ਕੇ ਹਰੇਕ ਕੰਮ ਕਰ ਰਹੇ ਨੇ। ਬਹੁ ਦੇਤ ਫਕੀਰਨ ਦਰਬਾ, ਨਿਤ ਖੋਤ ਤੁਰਕ ਕਰ ਸਰਬਾ। ਕਹਿੰਦੇ ਉਹ ਫਕੀਰਾਂ ਨੂੰ ਧਨ ਲੁਟਾਈ ਜਾ ਰਿਹਾ, ਤੇ ਇਸੇ ਤਰ੍ਹਾਂ ਜਿਹੜਾ ਨਵਾਬ ਦੌਲਤ ਖਾਂ ਲੋਧੀ ਹੈ ਨਾ, ਉਹਨਾਂ ਦੇ ਘਰ ਦੀ ਜਿਹੜੀ ਹੈ ਉਹ ਨੁਕਸਾਨ ਹੋ ਰਿਹਾ। ਘਰ ਦਾ ਜਿਹੜਾ ਧਨ ਸੀ ਇਸੇ ਤਰ੍ਹਾਂ ਉਹ ਵਿਅਰਥ ਗਵਾ ਰਿਹਾ ਹੈ। ਤੁਮ ਖੋਏ ਤੁਰਕ ਕੀ ਜਾਨੋ, ਦੁਖਦਾਨੀ ਅਮਲ ਪਛਾਨੋ। ਕਹਿੰਦੇ ਤੁਸੀਂ ਨਵਾਬ ਦੀ ਆਦਤ ਨੂੰ ਚੰਗੀ ਤਰ੍ਹਾਂ ਜਾਣਦੇ ਹੋ, ਨਵਾਬ ਦੌਲਤ ਖਾਨ ਲੋਧੀ ਦੇ ਸੁਭਾਅ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਤੇ ਉਸ ਦੀ ਦੁਖਦਾਈ ਜਿਹੜੀ ਹਕੂਮਤ ਹੈ ਤੁਸੀਂ ਉਹਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ, ਜਿਹੜੀ ਉਹਨੇ ਹਕੂਮਤ ਰੱਖੀ, ਜਿਹੜੇ ਉਹਦੇ ਦਰਬਾਰ ਦੇ ਵਿੱਚ ਸਿਪਾਹੀ ਨੇ, ਜਿਹੜੀ ਫੌਜ ਹੈ ਉਹਦੀ ਦਰਿੰਦਗੀ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਪੈਮਾਨ ਭਇਓ ਜੈ ਰਾਮਾ, ਉਠ ਤੂਰਨ ਗਮਨਿਓ ਧਾਮਾ। ਜਦੋਂ ਇਹ ਹੁਣ ਗੱਲ ਜੈ ਰਾਮ ਜੀ ਨੇ ਸੁਣੀ ਨਾ, ਤਾਂ ਜੈ ਰਾਮ ਜੀ ਦੇ ਮਨ ਦੇ ਵਿੱਚ ਵੀ ਹਲਚਲ ਪੈਦਾ ਹੋ ਗਈ ਵੀ ਭਾਈ ਗੱਲ ਤਾਂ ਠੀਕ ਕਰ ਰਹੇ ਨੇ। ਤੇ ਫਿਰ ਇਸੇ ਤਰ੍ਹਾਂ ਕਹਿੰਦੇ ਤੁਰੰਤ ਉਸੇ ਵੇਲੇ ਉੱਠ ਕੇ ਜੈ ਰਾਮ ਜੀ ਮਹਿਤਾ ਕਾਲੂ ਜੀ ਦੀ ਪੁੱਤਰੀ ਭਾਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਭੈਣ ਜੀ ਨੂੰ ਮਿਲਦੇ ਨੇ। ਕਹਿ ਬੋਲੀ ਆਰਜ ਤਨੀਆਂ, ਬੋਲੋਕਣ ਤੇ ਮੈਂ ਸੁਣੀਆਂ। ਹੁਣ ਜੈ ਰਾਮ ਜੀ ਆਪਣੀ ਪਤਨੀ ਬੇਬੇ ਨਾਨਕੀ ਜੀ ਨੂੰ ਆਵਾਜ਼ ਮਾਰਦੇ ਹੋਏ ਆਖਦੇ ਨੇ, ਬੁਲਾ ਕੇ ਕਹਿੰਦੇ ਨੇ, ਕਹਿੰਦੇ ਮੈਂ ਬੜੇ ਲੋਕਾਂ ਪਾਸੋਂ ਇਹ ਗੱਲਾਂ ਸੁਣੀਆਂ ਹਨ। ਤਨ ਖਰਚਤ ਨਾਨਕ ਐਸੇ, ਵੱਡ ਭੂਪਤ ਹੋਵਤ ਜੈਸੇ। ਕਹਿੰਦੇ ਤੁਹਾਡਾ ਵੀਰ ਨਾਨਕ ਇਸ ਤਰ੍ਹਾਂ ਧਨ ਨੂੰ ਲੁਟਾ ਰਿਹਾ ਜਿਵੇਂ ਕੋਈ ਵੱਡਾ ਬਾਦਸ਼ਾਹ ਹੋਵੇ, ਕੋਈ ਵੱਡਾ ਮਹਾਰਾਜਾ ਹੋਵੇ, ਇਸੇ ਤਰ੍ਹਾਂ ਧਨ ਨੂੰ ਲੁਟਾ ਰਿਹਾ ਹੈ। ਪੈ ਦੇਤ ਕਹੈ ਨਰ ਆਏ, ਜੋ ਸਰ ਹਿਰਦੇ ਖਰ ਲਾਏ। ਕਹਿੰਦੇ ਲੋਕ ਮੈਨੂੰ ਇਸ ਤਰ੍ਹਾਂ ਆ ਕੇ ਡਰਾਉਂਦੇ ਨੇ, ਤੇ ਜਦੋਂ ਉਹ ਗੱਲ ਕਰਦੇ ਨੇ ਮੈਨੂੰ ਇੰਜ ਪ੍ਰਤੀਤ ਹੋ ਰਿਹਾ ਵੀ ਕਿਸੇ ਨੇ ਮੇਰੇ ਸਰੀਰ ਦੇ ਉੱਤੇ ਤੀਰ ਛੱਡੇ ਹੋਣ। ਮੇਰੇ ਸਰੀਰ ਦੇ ਵਿੱਚ ਜਿਵੇਂ ਤੀਰਾਂ ਦੇ ਨਾਲ ਜ਼ਖਮ ਹੋ ਜਾਵੇ ਨਾ, ਤੀਰ ਮੇਰੇ ਸਰੀਰ ਨੂੰ ਬਿੰਨ ਦਿੰਦੇ ਨੇ, ਇਸੇ ਤਰ੍ਹਾਂ ਕਹਿੰਦੇ ਜਦੋਂ ਉਹ ਗੱਲਾਂ ਕਰਦੇ ਨੇ, ਉਹ ਗੱਲਾਂ ਮੇਰੇ ਕਾਲਜੇ 'ਚ ਚੁੱਭਦੀਆਂ ਨੇ, ਮੇਰੇ ਸੀਨੇ ਦੇ ਵਿੱਚ ਛੇਕ ਕਰਦੀਆਂ ਨੇ, ਮੈਨੂੰ ਬਹੁਤ ਦੁੱਖ ਹੁੰਦਾ ਹੈ। ਅਬ ਕਰੋ ਕੌਣ ਮੈਂ ਕਾਜੋ, ਰਹਿ ਆਵੇ ਜਿਹ ਬਿਦਲਾ ਜਾ। ਕਹਿੰਦੇ ਹੁਣ ਮੈਂ ਕੀ ਕੰਮ ਕਰਾਂ ਜਿਸ ਦੇ ਨਾਲ ਮੇਰੀ ਪੱਤ ਲੈ ਜਾਵੇ, ਮੇਰੀ ਲਾਜ ਬਚ ਸਕੇ। ਤੁਸੀਂ ਦੱਸੋ ਮੈਂ ਇਹੋ ਜਿਹਾ ਕਿਹੜਾ ਕਾਰਜ ਕਰਾਂ। ਚਿੰਤੋ ਦਿਦ ਭਇਓ ਨਿਮਗਨਾ, ਕਹੋ ਭੂਤ ਜਤਨ ਹੈ ਲਗਨਾ। ਤੇ ਕਹਿੰਦੇ ਮੈਂ ਤਾਂ ਚਿੰਤਾ ਦੇ ਸਮੁੰਦਰ ਦੇ ਵਿੱਚ ਡੁੱਬਿਆ ਪਿਆ, ਮੈਨੂੰ ਤਾਂ ਹੁਣ ਇਸ ਚਿੰਤਾ ਦੇ ਸਮੁੰਦਰ ਦੇ ਵਿੱਚ ਡੁੱਬੇ ਨੂੰ ਤੁਸੀਂ ਦੇਖ ਰਹੇ ਹੋ, ਮੇਰੇ ਮਨ ਦੇ ਵਿੱਚ ਬਹੁਤ ਚਿੰਤਾ ਹੈ। ਤੇ ਕਹਿੰਦੇ ਕਿਹੜਾ ਯਤਨ ਕਰਾਂ ਜਿਸ ਦੇ ਨਾਲ ਮੈਂ ਇਸ ਚਿੰਤਾ ਦੇ ਸਮੁੰਦਰ ਦੇ ਵਿੱਚੋਂ ਨਿਕਲ ਸਕਾਂ, ਤਾਂ ਕਿ ਮੈਂ ਇਸ ਸਮੁੰਦਰ ਨੂੰ ਪਾਰ ਕਰ ਸਕਾਂ। ਤੁਸੀਂ ਹੀ ਮੈਨੂੰ ਸਮਝਾਉਣਾ ਕਰੋ। ਜੈ ਰਾਮ ਜੀ ਬੇਬੇ ਨਾਨਕੀ ਜੀ ਦੇ ਨਾਲ ਵਿਚਾਰ ਕਰਦੇ ਨੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਰਹਿੰਦੀਆਂ ਵਿਚਾਰਾਂ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਕਿ ਕੀ ਵਿਚਾਰਾਂ ਜੈ ਰਾਮ ਜੀ ਬੇਬੇ ਨਾਨਕੀ ਜੀ ਦੇ ਨਾਲ ਕਰਦੇ ਨੇ, ਜਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕਿਸ ਤਰੀਕੇ ਦੇ ਨਾਲ ਸਮਝਾਉਣਾ ਕਰਦੇ ਨੇ। ਉਹ ਵਿਚਾਰਾਂ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬਖਸ਼ਿਆ ਹੋਇਆ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।